ब्रेक तो बाद तुहाडा स्वागत है। असीं चर्चा कर रहे हैं अफसरशाही ते जजां लई कूलिंग ऑफ पीरियड बारे। मनजीत जी, जिहड़ा मसला है कि भी आपां जिहड़ा जजां दे हवाले नाल गल कर रहे हैं, इहदा मतलब जिहड़ी जजां वाली गल है ते अफसरशाही दी गल है, उहनूं इक्को रुझान दे विच ही देखिया जाना चाहिदा। ये बिल्कुल ठीक है जो सरदार गुरतेज सिंह होरां ने कहा है। आई वाज इंसिडेंटली द काउंसिल हू आर्गूड दैट केस हाँ जी, and I have that sad experience, but it is not the only case. किसी भी केस जिहदे च vital interests are involved होण politicians दे, judges avoid deciding that. पंजाब दी ट्रांसपोर्ट पॉलिसी दा केस हुण डिसीजन ते आ रहा है, पर about 150 hearings तो बाद with many judges avoiding judgment in that case. Why? दूजे पासे अफसरशाही ते लाल उम्मीदां ना होण या इहो जे कंस्ट्रेंट्स ना होण, हाँ जी, वो केस आज तो 10 साल पहला डिसाइड हो जाना चाहिए। हाँ जी। और जेडे वाइटल केसेस होंदे आ जिहदे च पॉलिसीज इन्वॉल्व ने या कोई बहुत बड़े आदमी इन्वॉल्व ने, वो केस 10-10 साल 20 साल तुरे फिरदे। हाँ जी, वो नुकता बिल्कुल स्पष्ट हो गया। हुण आपां वापस कूलिंग ऑफ पीरियड वाले मुद्दे ते आइए। तुसीं ये दसो कि भी तुहानूं की लगदा कि कितना कूलिंग ऑफ पीरियड होना चाहिए? देयर शुड नॉट बी अ क्वेश्चन ऑफ पीरियड, देयर शुड बी नो अपॉइंटमेंट ऑफ जजेस आफ्टर रिटायरमेंट और डायरेक्ट अपॉइंटमेंट हुण ट्राइब्यूनल्स ने। हाँ जी, ਉਹਦੇ ਚ डायरेक्ट ਲਾਈਅਰਸ ਚੋਂ ਜਾਂ ਸੈਸ਼ਨ ਜੱਜ ਚੋਂ डायरेक्ट अपॉइंटमेंट ਕਰ ਦਿੰਦੇ ਆ। हाँ जी, ਜੇ ਕੋਈ ਉਹਨਾਂ ਚ अपॉइंटमेंट ਹੋਣਾ ਚਾਹੁੰਦਾ ਹੈ हाँ जी, and possibly you can't get and become a high court judge, you can go to those. हाँ जी, ठीक। मगर ਇਹ गुरतेज जी ਤੁਹਾਨੂੰ ਕੀ this ਲੱਗਦਾ? carrot shouldn't be kept hanging हाँ जी, from serving judges. ठीक। ਔਰ ਸਭ ਤੋਂ ਵੱਡਾ ਸਕੈਂਡਲ ਸਾਡੇ ਇਹ ਆਰਬਿਟ੍ਰੇਸ਼ਨ ਚ अपॉइंटमेंट ਆਉਂਦਾ ਹੈ। हाँ जी, जजेस डिसाइडिंग देयर ओन फी। और सिचुएशन इतों तक पहुंच गया कि बहुत मल्टीनेशनल कंपनीज एग्रीमेंट नहीं करदियां कि इंडिया च आर्बिट्रेशन होवे, वो सिंगापुर या लंडन प्रेफर करदियां ने। हाँ जी, जस्ट बिकॉज ऑफ दिस मस्ट स्टॉप। ਇਹ ਇੱਕੋ ਕਾਰਨ ਤੇ ਨਹੀਂ ਹੋ ਸਕਦਾ, ਕਾਰਨ ਤੇ ਉਹਨਾਂ ਦੇ ਹੋਰ ਵੀ ਹੋਣਗੇ, ਕਿਉਂਕਿ ਜਿਹੜੀਆਂ ਬਹੁਰਾਸ਼ਟਰੀ ਕੰਪਨੀਆਂ ਨੇ ਉਹਦੀ ਆਪਣੀ ਕਿਸਮ ਦੀ ਸਿਆਸਤ। ਖੈਰ ਆਪਾਂ ਇਸ ਮੁੱਦੇ ਦੇ ਉੱਤੇ ਬਹਿਸ ਨਹੀਂ ਕਰਦੇ, ਕਿਉਂਕਿ ਮੈਨੂੰ ਲੱਗਦਾ ਕਿ ਵੀ ਇਹ ਥੋੜਾ ਜਿਹਾ ਮੁੱਦੇ ਤੋਂ ਆਪਾਂ ਹਟ ਜਾਾਂਗੇ। ਤੁਸੀਂ ਗੁਰਤੇਜ ਜੀ ਦੱਸੋ ਕਿ ਵੀ ਕੂਲਿੰਗ ਆਫ ਪੀਰੀਅਡ ਹੋਣਾ ਹੀ ਨਹੀਂ ਚਾਹੀਦਾ, ਬਿਲਕੁਲ ਜਿਵੇਂ ਤੁਸੀਂ ਪਹਿਲਾਂ ਕਿਹਾ, ਜਾਂ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਵੇਲੇ ਜੱਜਾਂ ਦੀ ਲੋੜ ਹੈ ਪੋਸਟ ਰਿਟਾਇਰਮੈਂਟ ਜੌਬਸ ਲਈ, ਤੇ ਕਿੰਨਾ ਕੂਲਿੰਗ ਆਫ ਪੀਰੀਅਡ ਹੋਣਾ ਚਾਹੀਦਾ? ਨਹੀਂ, ਸਾਰੀ ਬੇਸਿਕ ਗੱਲ ਇਹ ਹੈ ਕਿ ਤੁਸੀਂ ਆਪਣੀ 4 ਵਿੰਗਸ ਜਿਹੜੇ ਹੈਗੇ ਗਵਰਨਮੈਂਟ ਦੇ, 3 ਵਿੰਗ ਖਾਸ ਤੌਰ ਤੇ ਪ੍ਰੈਸ ਵੀ ਤੁਹਾਡਾ ਵੀ ਵਿੰਗ ਇੱਕ ਆ ਜਾਂਦਾ, ਹਾਂਜੀ, ਇਹਨਾਂ ਦੇ ਵਿੱਚ ਬੈਲੈਂਸ ਰੱਖਣਾ ਕਿ ਨਹੀਂ ਰੱਖਣਾ। ਹਾਂਜੀ, ਜੇ ਇਹਨਾਂ ਦੇ ਵਿੱਚ ਬੈਲੈਂਸ ਨਹੀਂ ਰੱਖੋਗੇ ਤੇ ਹਰ ਇੱਕ ਦੇ ਨਾਲ ਧੱਕਾ ਹੋਏਗਾ। ਹਾਂਜੀ, ਤੁਸੀਂ ਆਪਣਾ ਐਗਜ਼ਾਮਪਲ ਲੈ ਕੇ ਦੇਖ ਲਓ ਤੁਹਾਡੇ ਨਾਲ ਕਿੰਨਾ ਕੁ ਹੁੰਦਾ। ਸੋ ਇਹ ਜਿਹੜਾ ਹੈਗਾ, ਇਸ ਦੇ ਵਾਸਤੇ ਇਹਨਾਂ ਨੂੰ ਇੱਕ ਜੁਡੀਸ਼ੀਅਲ ਸਰਵਿਸ ਬਣਾਉਣੀ ਚਾਹੀਦੀ ਹੈ, ਜਿਸ ਜੁਡੀਸ਼ੀਅਲ ਸਰਵਿਸ ਦੇ ਵਿੱਚੋਂ ਕੋਈ ਅੰਤ ਨਹੀਂ। ਇੱਥੇ ਲੋਕਾਂ ਦਾ ਹੁਣ 170 ਆਦਮੀ 60 ਆਦਮੀ ਆਈਐਸ ਦੇ ਵਿੱਚ ਹਰ ਸਾਲ ਆਉਂਦੇ ਨੇ। ਹਾਂਜੀ, 260 ਆ ਜਾਣਗੇ, ਹਾਂਜੀ, 270 ਆ ਜਾਣਗੇ। ਉਹਨਾਂ ਨੂੰ ਅੱਧਿਆਂ ਨੂੰ ਜੁਡੀਸ਼ਰੀ ਦੇ ਵਿੱਚ ਪਾ ਦਿਓ, ਅੱਧਿਆਂ ਨੂੰ ਐਗਜ਼ੈਕਟਿਵ ਦੇ ਵਿੱਚ ਪਾਓ, ਲੇਕਿਨ ਉਹਨਾਂ ਨੂੰ ਫੰਕਸ਼ਨ ਕਰਨ ਦਿਓ ਅਕੋਰਡਿੰਗ ਟੂ ਨਾਰਮਲ ਰੂਲਸ, ਜੋ ਵੀ ਉਹਨਾਂ ਦੇ ਸਰਵਿਸ ਰੂਲਸ ਹੋਣਗੇ ਉਹਨਾਂ ਦੇ ਅਨੁਸਾਰ, ਔਰ ਰਿਟਾਇਰਮੈਂਟ ਤੱਕ। ਹੁਣ 65-70 ਸਾਲ ਤੋਂ ਬਾਅਦ ਆਦਮੀ ਜੇ ਜੁਡੀਸ਼ਰੀ ਦੇ ਵਿੱਚ ਦੁਬਾਰੇ ਲੱਗਦਾ ਹੈ ਤਾਂ ਉਹਦਾ ਇੱਕ ਸਿਨੇਕਿਓਰ ਹੈ, ਉਹਨੇ ਸਿਰਫ ਤਨਖਾਹ ਲੈਣੀ ਹੈ, ਕੰਮ ਕੋਈ ਕਰਨਾ ਨਹੀਂ, ਤੇ ਉਸ ਨੂੰ ਇੱਕ ਫੇਵਰ ਕੀਤਾ ਜਾ ਰਿਹਾ। ਜੇ ਉਹ ਫੇਵਰ ਉਸ ਨੂੰ ਕੀਤਾ ਜਾ ਰਿਹਾ ਤਾਂ ਉਹ ਕੋਈ ਮੁਫਤ ਦੇ ਵਿੱਚ ਫੇਵਰ ਨਹੀਂ ਕਰਦਾ ਕਿਸੇ ਨੂੰ, ਉਹ ਕਿਸੇ ਕਾਰਨ ਕਰਦਾ ਜਿਸ ਜੋ ਉਸਨੇ ਉਸ ਦੇ ਕੋਲੋਂ ਫਾਇਦਾ ਉਠਾਇਆ, ਫੇਵਰ ਵਾਲੀ ਪੋਜੀਸ਼ਨ ਤੱਕ ਪਹੁੰਚਣ ਲਈ ਵੀ ਕੁਝ ਕੀਤਾ ਗਿਆ, ਪਹੁੰਚਣ ਲਈ ਕੁਝ ਕੀਤਾ ਹੁੰਦਾ ਤਾਂ ਉਹ ਫੇਵਰ ਹੁੰਦੀ ਹੈ। ਹਾਂਜੀ, ਸੋ ਇਹ ਜਿਹੜਾ ਇਹ ਸਾਡੀ ਸੋਸਾਇਟੀ ਅੰਡਰਮਾਈਨ ਹੋ ਰਹੀ ਹੈ, ਸਾਡਾ ਲੀਗਲ ਸਿਸਟਮ ਖਤਮ ਹੋ ਰਿਹਾ ਹੈ, ਇੱਕ ਇੰਸਟੀਟਿਊਸ਼ਨ ਸਾਡੀ ਸੋਸਾਇਟੀ ਦੀ ਖਤਮ ਹੋ ਰਹੀ ਹੈ। ਤੁਸੀਂ ਆਪਣੇ ਪਾਸੇ ਨਿਗਾਹ ਮਾਰ ਕੇ ਤਾਂ ਦੇਖੋ, ਜਿਸ ਤਰ੍ਹਾਂ ਸਿਲੈਕਸ਼ਨ ਬੋਰਡਸ ਖਤਮ ਹੋ ਗਏ, ਸਾਰਾ ਕੁਝ ਖਤਮ ਹੋ ਰਿਹਾ। ਇੱਕ ਆਦਮੀ ਦੇ, ਇੱਕ ਪਰਿਵਾਰ ਦੇ, ਇੱਕ ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ ਦੇ ਹੱਥ ਦੇ ਵਿੱਚ ਆਪਾਂ ਸਾਰੀਆਂ ਪਾਵਰਸ ਦੇਈ ਜਾਂਦੇ ਹਾਂ। ਇਹਦੇ ਨਾਲ ਸੋਸਾਇਟੀ ਕਿਸ ਤਰ੍ਹਾਂ ਨਾਲ ਪ੍ਰੋਗਰੈਸ ਕਰੇਗੀ? ਇਹ ਅਸੀਂ ਇੱਕ ਡਿਕਟੇਟਰਸ਼ਿਪ ਕਿਸਮ ਦਾ ਰੁਝਾਨ ਸਾਡੇ ਵਿੱਚ ਪੈਦਾ ਹੋ ਗਿਆ ਸੋਸਾਇਟੀ ਦੇ ਵਿੱਚ। ਇਸ ਨੂੰ ਰੋਕਣ ਵਾਸਤੇ ਜ਼ਰੂਰੀ ਹੈ ਕਿ ਕਿਸੇ ਦੀ ਵੀ ਅਪਾਇੰਟਮੈਂਟ ਕਿਸੇ ਦੂਸਰੇ ਦੇ ਉੱਤੇ ਡਿਪੈਂਡੈਂਟ ਨਾ ਹੋਵੇ। ਸਰਵਿਸ ਸਿਲੈਕਸ਼ਨ ਬੋਰਡ ਹੈਗੇ, ਦੂਸਰਾ ਹੈਗਾ ਪਬਲਿਕ ਸਰਵਿਸ ਕਮਿਸ਼ਨ ਹੈਗੀ, ਉਹ ਪਹਿਲਾਂ ਸਿਲੈਕਟ ਕਰ ਲੈਣ, ਫਿਰ ਉਹਨਾਂ ਨੂੰ ਜੇ ਉਹਨਾਂ ਨੂੰ ਠੀਕ ਨਹੀਂ ਲੱਗਦੇ ਕੁਝ ਉਹਨਾਂ ਦੇ ਵਿੱਚੋਂ ਰਿਟਾਇਰ ਕਰ ਦੇਣ। ਜ਼ਬਰੀ ਰਿਟਾਇਰਮੈਂਟ ਦਾ ਪਹਿਲਾਂ ਵੀ ਸਿਸਟਮ ਹੁੰਦਾ ਸੀਗਾ, ਲੇਕਿਨ ਇਸੇ ਪ੍ਰਣਾਲੀ ਦੇ ਵਿੱਚ ਹੀ ਸਾਰਾ ਕੁਝ ਹੋਣਾ ਚਾਹੀਦਾ ਹੈ।
ਕੂਲਿੰਗ ਆਫ ਦਾ ਔਰ ਨਾ ਰੀਐਮਪਲੋਇਮੈਂਟ ਦਾ ਕੋਈ ਸਵਾਲ ਹੀ ਨਹੀਂ ਹੋਣਾ ਚਾਹੀਦਾ। ਹਾਂਜੀ ਜਸਟਿਸ ਗਰੇਵਾਲ ਤੁਸੀਂ ਕੀ ਕਹਿਣਾ ਸਰ ਚਾਹੋਗੇ? ਰਿਗਾਰਡਿੰਗ ਕੂਲਿੰਗ ਆਫ ਪੀਰੀਅਡ, ਹੁਣ ਮੈਂ ਜਦੋਂ ਯੂਐਨ ਦਾ ਮੇਰੀ 3 ਸਾਲ ਦੀ ਟਰਮ ਪੂਰੀ ਹੋ ਗਈ ਹੈ, ਹਾਂਜੀ। ਮੇਰੇ 5 ਸਾਲ ਜਿਹੜਾ ਦਾ cooling ਯੂਐਨ off ਦੇ ਵਿੱਚ period ਹੈ। ਜਿਹੜੀ ਤੁਹਾਡੀ ਨੌਕਰੀ ਹੈ ਉਹ ਤਾਂ ਹਿੰਦੁਸਤਾਨੀ ਸਰਕਾਰ ਦੀ ਨੌਕਰੀ ਨਹੀਂ ਨਾ ਹੈਗੀ, ਹਿੰਦੁਸਤਾਨ ਨਹੀਂ, ਮੇਰੇ ਉੱਤੇ 5 ਸਾਲ ਦਾ ਕੂਲਿੰਗ ਆਫ ਪੀਰੀਅਡ ਉਹਨਾਂ ਨੇ ਇੰਪੋਜ਼ ਕੀਤਾ ਹੈਗਾ ਹਾਂਜੀ। ਕਿ ਮੈਂ ਕੋਈ ਯੂਐਨ ਜੌਬ ਨਹੀਂ ਲੈ ਸਕਦਾ ਹਾਂਜੀ। 5 ਸਾਲ ਵਾਸਤੇ, ਹਾਂਜੀ ਬਟ ਦਿਸ ਡਸ ਨਾਟ ਅਪਲਾਈ ਟੂ ਅ ਜੁਡੀਸ਼ੀਅਲ ਜੌਬ। ਸੋ ਕੋਈ ਹੋਰ ਜੁਡੀਸ਼ੀਅਲ ਜੌਬ ਹੈ ਉਸ ਲਈ ਮੈਂ ਅਪਲਾਈ ਕਰ ਸਕਦਾ, ਲੇਕਿਨ ਕੋਈ ਐਗਜ਼ੈਕਟਿਵ ਜੌਬ ਯੂਐਨ ਚ ਮੈਂ ਆਮ ਡਿਸਕੁਆਲੀਫਾਈਡ। ਹਾਂਜੀ ਨੰਬਰ 2 ਜਿਹੜੇ ਇਹਨਾਂ ਨੇ ਬੜੇ ਅੱਛੇ ਸੁਝਾਅ ਦਿੱਤਾ ਹੈਗਾ, ਦੇ ਸ਼ੁੱਡ ਬੀ ਅ ਸਰਵਿਸ। ਉੱਥੇ ਫਰਾਂਸ ਦੇ ਜੱਜ ਸਾਹਿਬ ਸੀ ਮੇਰੇ ਕੋਲੀਗ, ਉਹ ਮੈਨੂੰ ਦੱਸਦੇ ਸੀਗੇ ਕਿ ਫਰਾਂਸ ਦੇ ਵਿੱਚ ਨਾ ਜਿਹੜੇ ਸਕੂਲ ਲੈਵਲ ਤੇ ਨਾ ਜਿਹੜਾ ਪੇਰੈਂਟਸ ਚਾਹੁੰਦੇ ਨੇ ਕਿ ਮੈਂ ਇਹਨੂੰ ਡਿਪਲੋਮੈਟ ਬਣਾਉਣਾ ਜਾਂ ਜੱਜ ਬਣਾਉਣਾ, ਉਹ ਸਕੂਲ ਹੀ ਉਹ ਉਸੇ ਵਾਸਤੇ ਹੈਗਾ। that school is meant for bureaucrats। ਸੋ ਜਦੋਂ ਸਕੂਲ ਤੋਂ ਤੁਸੀਂ ਪਾਸ ਆਊਟ ਕਰਦੇ ਹੋ, ਹਾਂਜੀ। ਉਸ ਦੇ ਵਿੱਚ ਤੁਹਾਡਾ ਕੀ ਰੈਂਕ ਆਉਂਦਾ ਹੈਗਾ, ਉਸ ਦੇ ਮੁਤਾਬਕ ਤੁਹਾਨੂੰ ਕਿਹੜੀ ਸਰਵਿਸ ਮਿਲਦੀ ਹੈਗੀ ਹੈ, ਤੁਸੀਂ ਆਪਣੀ ਉਸ ਸਰਵਿਸ ਜਾ ਕੇ ਬਹਿ ਜਾਂਦੇ ਹੋ। ਉਹਦੇ ਵਿੱਚ ਕੋਈ ਕੰਪੀਟੀਸ਼ਨ ਹੁੰਦਾ ਹੈਗਾ 10-11 ਸਾਲ ਦੇ ਬੱਚੇ 'ਚ ਕਿ ਵੀ ਹੋਰ ਸਕੂਲ ਦੇ ਵਿੱਚ ਉਹ ਜਾਣਾ ਚਾਹੁੰਦਾ, ਹੀ ਵਾਂਟਸ ਟੂ ਗੋ ਟੂ ਦੈਟ ਸਰਵਿਸ, ਫਿਰ ਉੱਥੇ ਸ਼ੁਰੂ ਹੋ ਜਾਂਦਾ। ਯੂ ਡੋਂਟ ਹੈਵ ਦਿਸ UPSC ਕਾਈਂਡ ਆਫ ਅ ਕੰਪੀਟੀਸ਼ਨ ਆਫਟਰ ਕਾਲਜ। ਤੇ that's a good suggestion, but you see ਇਸ ਕੰਟਰੀ 'ਚ ਰਿਫਾਰਮ ਕੌਣ ਲਿਆਵੇਗਾ? who are the people? I mean ਲੋਕ ਸਭਾ 'ਚ ਡਿਬੇਟ ਹੀ ਨਹੀਂ ਹੋ ਸਕਦੀ ਕੋਈ ਚੰਗੀ, ਹੱਲਾ ਗੁੱਲੇ ਤੋਂ ਬਿਨਾਂ। ਤੇ ਬਾਕੀ ਠੀਕ ਹੈ। ਪਰ ਜੇ ਮੈਂ ਬੁਨਿਆਦੀ ਸਵਾਲ ਵਾਪਸ ਆਪਣੇ ਤੇ ਆਵਾਂ, ਜਿਵੇਂ ਤੁਸੀਂ ਕਿਹਾ ਕਿ ਵੀ ਤੁਸੀਂ ਯੂਐਨ ਦੇ ਵਿੱਚ ਨੌਕਰੀ ਕੀਤੀ ਹੈ ਤੇ ਤੁਹਾਡੇ ਉੱਤੇ 5 ਸਾਲ ਦਾ ਕੂਲਿੰਗ ਆਫ ਪੀਰੀਅਡ ਹੈ। ਇਸੇ ਕਿਸਮ ਦਾ ਕਿੰਨਾ ਕੂਲਿੰਗ ਆਫ ਪੀਰੀਅਡ ਜੱਜਸ ਦੇ ਉੱਤੇ ਹੋਣਾ ਚਾਹੀਦਾ? ਜੱਜਸ ਦੇ ਉੱਤੇ ਫॉर ਅ ਜੁਡੀਸ਼ੀਅਲ ਅਪਾਇੰਟਮੈਂਟ ਨਹੀਂ ਨਾ ਹੋ ਸਕਦਾ, ਬਟ ਫॉर ਸੇ ਕੋਈ ਜੱਜ ਨੂੰ ਤੁਸੀਂ ਐਮਬੈਸਡਰ ਲਗਾਉਣਾ ਚਾਹੁੰਦੇ ਹੋ ਜਾਂ ਤੁਸੀਂ ਗਵਰਨਰ ਲਗਾਉਣਾ ਚਾਹੁੰਦੇ ਹੋ, ਉਹਦੇ ਵਿੱਚ ਦੇ ਸ਼ੁੱਡ ਬੀ ਕੂਲਿੰਗ ਆਫ ਪੀਰੀਅਡ। ਹਾਂਜੀ ਮੈਂ ਇੱਕ ਦੱਸਣਾ ਚਾਹੁੰਦਾ ਸੀ ਕਿ ਸੁਭਾਸ਼ ਚੰਦਰ ਬੋਸ ਦੀ ਡੈਥ ਦੀ ਇਨਕੁਆਇਰੀ ਜਸਟਿਸ ਖੋਸਲਾ ਨੂੰ ਦਿੱਤੀ, ਕਮਿਸ਼ਨ ਅਪਾਇੰਟ ਕੀਤਾ, ਉਹ ਸੁਰਗਵਾਸੀ ਹੋਏ, ਉਹਨਾਂ ਨੇ ਖਤਮ ਨਹੀਂ ਕੀਤੀ। ਔਰ ਸਾਡੇ ਵੀ ਜਸਟਿਸ ਰਾਡੀ, ਹੀ ਡਾਈਡ ਇਨ ਹਾਰਨੈਸ, ਡਿਡਨਟ ਡਿਸਾਈਡ। ਆਈ ਹੈਵ ਬੀਨ ਡੀਲਿੰਗ ਵਿਦ ਦੈਟ ਕਮਿਸ਼ਨ। ਹਾਂਜੀ ਫਿਰ 16 ਸਾਲ ਅਯੁੱਧਿਆ ਦਾ ਕਮਿਸ਼ਨ ਚੱਲਿਆ। ਹਾਂਜੀ 16 ਸਾਲ ਬਾਅਦ ਜਦ ਪਬਲਿਕ ਚ ਰੌਲਾ ਪਿਆ ਤਾਂ ਉਹਦਾ ਫੈਸਲਾ ਆਇਆ। ਹਾਂਜੀ ਦੀ ਪਰਪਸ ਵਾਸ ਲੋਸਟ। ਹਾਂਜੀ ਐਬਸੋਲੂਟਲੀ। ਹਾਂਜੀ ਗੁਰਤੇਜ ਜੀ, ਜਿਹੜਾ ਖਾਸ ਤੌਰ ਤੇ ਅਫਸਰਸ਼ਾਹੀ ਬਾਰੇ, ਜਿਹੜਾ ਬਿਊਰੋਕ੍ਰੇਸੀ ਬਾਰੇ ਕੂਲਿੰਗ ਆਫ ਪੀਰੀਅਡ ਦਾ ਇੱਕ ਹੋਰ ਵੀ ਐਸਪੈਕਟ ਹੈਗਾ ਕਿ ਜਿਹੜੇ ਮਹਿਕਮੇ 'ਚ ਤੁਸੀਂ ਜਾਂਦੇ ਹੋ, ਉਸੇ ਮਹਿਕਮੇ ਦੇ ਵਿੱਚ ਜਿਹੜਾ ਤੁਸੀਂ ਕਾਰਪੋਰੇਟ ਸੈਕਟਰ ਨੂੰ ਜੁਆਇਨ ਕਰਨ ਦੇ ਵਿੱਚ ਤੁਹਾਨੂੰ ਇੱਕ ਕੂਲਿੰਗ ਆਫ ਪੀਰੀਅਡ ਹੋਣਾ ਚਾਹੀਦਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਇਹ ਤਾਂ ਲਾਜ਼ਮੀ ਹੈ। ਦੇਖੋ ਕਿਉਂਕਿ ਜਿੱਥੇ ਤੱਕ ਦਾ ਜਿਹੜਾ ਸਰਕਾਰੀ ਨੌਕਰੀ ਵਾਲਾ ਮਸਲਾ ਹੈ, ਉਹ ਤਾਂ ਤੁਸੀਂ ਬਿਲਕੁਲ ਸਪਸ਼ਟ ਕਰਤਾ ਕਿ ਕਿਸੇ ਨੂੰ ਪੋਸਟ ਰਿਟਾਇਰਮੈਂਟ ਨਹੀਂ ਮਿਲਣਾ ਚਾਹੀਦਾ, ਪਰ ਤੁਸੀਂ ਇੱਕ ਮਹਿਕਮੇ ਦੇ ਵਿੱਚ ਰਹੇ ਹੋ, ਉਸ ਮਹਿਕਮੇ ਦੇ ਮੁਖੀ ਰਹੇ ਹੋ, ਬਾਅਦ ਦੇ ਵਿੱਚ ਜਿਹੜਾ ਉਸ ਮਹਿਕਮੇ ਨਾਲ ਡੀਲ ਕਰਨ ਵਾਲੇ ਹੋਰ ਜਿਹੜੇ ਨਿੱਜੀ ਅਦਾਰੇ ਨੇ, ਉਹਨਾਂ ਦੇ ਵਿੱਚ ਜਾ ਕੇ ਤੁਸੀਂ ਸਲਾਹਕਾਰ ਬਣਦੇ ਹੋ, ਉਹਨਾਂ 'ਚ ਤੁਸੀਂ ਜਾ ਕੇ ਨਿਰਦੇਸ਼ਕ ਬਣਦੇ ਹੋ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਉਹਨਾਂ ਦਾ ਪਰਪਸ ਵੀ ਇਹੀ ਹੁੰਦਾ। ਉਹਨਾਂ ਦਾ ਪਰਪਸ ਹੁੰਦਾ ਹੈ ਕਿ ਇਹ ਆਦਮੀ ਫਲਾਣੇ ਡਿਪਾਰਟਮੈਂਟ ਦੇ ਵਿੱਚ ਰਿਹਾ, ਉੱਥੇ ਇਸ ਦੀ ਇਨਫਲੂਐਂਸ ਹੈ, ਇਹ ਸਾਡੇ ਜਾਇਜ਼ ਨਜਾਇਜ਼ ਕੰਮ ਉਤੋਂ ਕਰਵਾ ਲਏਗਾ। ਹਾਂਜੀ, ਜਾਓ ਤੋਂ ਪਹਿਲਾਂ ਜਦੋਂ ਤੁਸੀਂ ਉਸ ਮਹਿਕਮੇ 'ਚ ਸੀ, ਤੁਸੀਂ ਉਸ ਵੇਲੇ ਕੰਮ ਕੀਤਾ ਉਸ ਵੇਲੇ ਤੁਸੀਂ ਉਹਨਾਂ ਦੇ ਕੰਮ ਕਰਦੇ ਰਹੇ, ਤੇ ਉਹ ਕਹਿੰਦੇ ਆ ਵੀ ਇਸ ਨੂੰ ਵਿਚਾਰੇ ਨੂੰ ਕੁਝ ਨਾ ਕੁਝ ਦਿਓ। ਇਹ ਵੈਸੇ ਇੱਕ ਮੰਗਤਿਆਂ ਵਾਲੀ ਗੱਲ ਹੈ। ਮੈਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਆਫੀਸਰਸ ਐਕਸੈਪਟ ਕਰਦੇ ਆ ਔਰ ਕਿਉਂ ਉਹ ਲੋਕ ਲੈਂਦੇ ਆ ਇਹਨਾਂ ਲੋਕਾਂ ਨੂੰ। ਹਾਂਜੀ, ਇੱਕ ਸਲਾਹਕਾਰ ਦਾ ਕੋਈ ਮਸਲਾ ਨਹੀਂ ਹੁੰਦਾ, ਮਸਲਾ ਹੁੰਦਾ ਪਬਲਿਕ ਰਿਲੇਸ਼ਨ ਸਾਡੇ ਮੇਨਟੇਨ ਕਰੇ ਉਸ ਮਹਿਕਮੇ ਦੇ ਨਾਲ ਜਿਸ ਦੇ ਵਿੱਚ ਇਹ ਕੰਮ ਕਰਦਾ ਰਿਹਾ, ਤਾਂ ਕਿ ਸਾਡੇ ਕੰਮ ਸਮੂਥਲੀ ਚੱਲਦੇ ਰਹਿਣ। ਤੇ ਇਹ ਸਮੂਥਲੀ ਚੱਲਣ ਵਾਸਤੇ ਕੋਈ ਹੋਰ ਸਿਸਟਮ ਬਣਾਉਣਾ ਚਾਹੀਦਾ, ਨਾ ਕਿ ਸਾਰੀ ਸੋਸਾਇਟੀ ਨੂੰ ਕਰਪਟ ਕਰਨਾ ਚਾਹੀਦਾ। ਇੱਕ ਤਾਂ ਇਹ ਗੱਲ ਹੋਗੀ ਜਿਹੜਾ ਕਿ ਵੀ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਉਹਦੇ ਤੇ ਸਾਡੀ ਸਾਰਿਆਂ ਦੀ ਇੱਕ ਵਿਸ਼ਫੁਲ ਥਿੰਕਿੰਗ ਹੋ ਸਕਦੀ ਹੈ, ਪਰ ਜਿਸ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ ਵਿੱਚ ਤੇ ਮਤਲਬ ਜਦੋਂ ਅਸੀਂ ਰੂਲ ਰੈਗੂਲੇਸ਼ਨ ਬਣਾਉਣਾ, ਤੇ ਕਿੰਨਾ ਕੂਲਿੰਗ ਆਫ ਪੀਰੀਅਡ ਉਸ ਮਾਮਲੇ 'ਚ ਹੋਣਾ ਚਾਹੀਦਾ? 2 ਸਾਲ ਬਹੁਤ ਹੈ ਜੀ, 2-3 ਸਾਲ। ਦੇਖੋ, ਜੇ ਇਹ 65 ਤੋਂ ਬਾਅਦ ਵੀ ਕੰਮ ਕਰ ਸਕਦੇ ਆ, 10-10 ਸਾਲ, 15-15 ਸਾਲ, 70-75 ਤੱਕ ਕੰਮ ਕਰ ਸਕਦੇ ਆ, ਤੇ 58 ਤੇ ਰਿਟਾਇਰ ਹੁੰਦਾ ਇੱਕ ਸਿਵਲ ਸਰਵੈਂਟ, ਤੇ ਉਸ ਨੂੰ 5-7 ਸਾਲ ਦਾ ਕੂਲਿੰਗ ਪੀਰੀਅਡ, ਜਿਉਂ ਤੱਕ ਉਸ ਦੇ ਐਸੋਸੀਏਟਸ ਦੂਸਰੇ ਉਸ ਮਹਿਕਮੇ ਦੇ ਵਿੱਚੋਂ ਸ਼ਿਫਟ ਨਾ ਹੋ ਜਾਣ, ਉਨੀ ਦੇਰ ਦਾ ਮਤਲਬ 65 ਸਾਲ ਤੱਕ ਤੁਹਾਨੂੰ ਲੱਗਦਾ ਕਿ ਜੇ ਉਹ 58-60 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋਇਆ ਤਾਂ 65 ਸਾਲ ਦੀ ਉਮਰ ਤੱਕ ਉਹਨਾਂ ਨੂੰ 65 ਸਾਲ ਤੱਕ ਤਾਂ ਘੱਟੋ ਘੱਟ ਵੇਟ ਕਰਨਾ ਚਾਹੀਦਾ ਉਸ ਨੂੰ। ਹਾਂਜੀ ਸਰ, ਇੱਕ ਸਰ ਗੁਰਤੇਜ ਸਿੰਘ ਵਾਸ ਵੈਰੀ ਕਾਈਂਡ ਟੂ ਥੀਸ ਰਿਟਾਇਰਡ ਬਿਊਰੋਕਰੈਟਸ ਜਿਹੜੇ ਕੰਪਨੀਆਂ ਜੁਆਇਨ ਕਰਦੀਆਂ ਨੇ। ਦੇ ਟੇਕ ਵਿਦ them ਸਾਰਾ ਗਵਰਨਮੈਂਟ ਦਾ ਸੀਕ੍ਰੇਟ ਡਾਕੂਮੈਂਟਸ, ਸੀਕ੍ਰੇਟ ਪਾਲਿਸੀਜ਼ ਜਿਹੜਾ ਕੌਨਫੀਡੈਂਸ਼ੀਅਲ ਨੇ, ਉਹ ਲੈ ਕੇ ਜਾਂਦੀਆਂ ਨੇ, ਉਹ ਉੱਥੇ ਆਰਮਸ ਡੀਲਰ ਨੂੰ ਦਿਖਾਉਂਦੀਆਂ ਨੇ, ਕੋਈ ਨਾ ਤੂੰ ਜਿਹੜਾ
ਚੁੱਪ ਕਰੇ ਆਹ ਨਵੀਂ ਪਾਲਿਸੀ ਆ ਰਹੀ ਹੈਗੀ ਹੈ ਜਾਂ ਇਦਾਂ ਦਾ ਚੱਲਣਾ ਹੈਗਾ, ਤੂੰ ਇਦਾਂ ਤੁਸੀਂ ਕੰਪਨੀ ਬੁਲਾਓ, ਔਰ ਟਾਟਾ ਵਗੈਰਾ ਜਿਹੜੇ ਹੈਗੇ ਆਹ ਕੁਛ ਤਾਂ ਕਰਦੇ ਨੇ ਜੀ। ਤੇ ਜੱਜਸ ਨੂੰ ਤੁਸੀਂ ਇਸ ਲੈਵਲ ਦਾ ਨਹੀਂ ਤੁਸੀਂ ਕਹਿ ਸਕਦੇ। ਉਹਨਾਂ ਦੇ ਲੜਕਿਆਂ ਨੂੰ, ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਫੋਰਨ ਅਪਾਇੰਟਮੈਂਟ ਦੇ ਕੇ ਪੈਸੇ ਦੇਈ ਜਾਂਦੇ ਆ, ਵਿਚ ਇਨ ਫੈਕਟ ਇਜ਼ ਪੇਮੈਂਟ ਟੂ ਦੈਟ ਬਿਊਰੋਕਰੈਟ। ਹਾਂਜੀ, ONGC ਨੇ ਇਨਸਪੈਕਸ਼ਨਸ ਵਗੈਰਾ ਕੀਤੇ ਰਾਜਸਥਾਨ ਦੇ ਵਿੱਚ, ਆਇਲ ਲੋਕੇਟ ਕੀਤਾ, ਹਾਂਜੀ, ਪ੍ਰੋਸਪੈਕਟਿੰਗ ਕੀਤੀ, ਹਾਂਜੀ, ਆਇਲ ਲੋਕੇਟ ਕੀਤਾ, ਔਰ ਜਿਸ ਵੇਲੇ ਉਹ ਕੁਝ ਕਾਫੀ ਸਾਰਾ ਮਟੀਰੀਅਲ ਉਹਨਾਂ ਕੋਲ ਇਕੱਠਾ ਹੋ ਗਿਆ, ਹਾਂਜੀ, ਉਹਨਾਂ ਦਾ ਜਿਹੜਾ ਹੈਡ ਸੀਗਾ ਉਹ ਜਾ ਕੇ ਪ੍ਰਾਈਵੇਟ ਫਰਮ ਨਾਲ ਨੌਕਰੀ ਕਰਨ ਲੱਗ ਪਿਆ, ਔਰ ਪ੍ਰਾਈਵੇਟ ਫਰਮ ਨੇ ਉਹ ਸਾਰਾ ਟੇਕ ਓਵਰ ਕਰ ਲਿਆ। ਉੱਥੇ ਉਹਨੂੰ ਠੇਕੇ ਮਿਲ ਗਏ। ਤੇ ਉਹ ਸਾਰਾ ਕੁਝ ਉਹਨਾਂ ਦੇ ਕੋਲੇ ਬਣਿਆ ਬਣਾਇਆ, ਜਿਹੜੀ 15-20 ਸਾਲ ਦੀ ਮਿਹਨਤ ONGC ਦੀ ਸੀ, ਉਹਨਾਂ ਕੋਲੇ ਪਹੁੰਚ ਗਈ। ਹਾਂਜੀ, ਗੁਰਤੇਜ ਜੀ, ਇੱਕ ਜਿਹੜਾ ਸਵਾਲ ਹੈ ਉਹ ਹੈ ਕਿ ਵੀ ਜਦੋਂ ਬਹੁਤ ਹੀ ਉੱਪਰਲੇ ਜਿਹੜੇ ਅਹੁਦਿਆਂ ਦੇ ਉੱਤੇ ਅਫਸਰਸ਼ਾਹੀ ਜਿਹੜੀ ਕੰਮ ਕਰਦੀ ਹੈ, ਉਹ ਇਸ ਕਿਸਮ ਦੇ ਕੰਮ ਦੇ ਵਿੱਚ ਇਨਵੋਲਵ ਹੁੰਦੀ ਹੈ, ਉਹ ਤੋਂ ਬਾਅਦ ਜੇ ਕੂਲਿੰਗ ਆਫ ਪੀਰੀਅਡ ਤੈਅ ਵੀ ਕੀਤਾ ਜਾਂਦਾ ਕਿ ਵੀ ਆਹ 2 ਸਾਲ ਦਾ ਹੋਊਗਾ ਜਾਂ 3 ਸਾਲ ਦਾ ਹੋਊਗਾ, ਜਾਂ ਜਿਵੇਂ ਤੁਸੀਂ ਕਿਹਾ 5-7 ਸਾਲ ਦਾ ਹੋਊਗਾ, ਤੇ ਕਿਤੇ ਨਾ ਕਿਤੇ ਇਹ ਫੈਸਲਾ ਫੇਰ ਸਰਕਾਰ ਕੋਲ ਰਹਿ ਜਾਂਦਾ ਕਿ ਵੀ ਇਹਦੇ ਵਿੱਚ ਤੁਹਾਨੂੰ ਛੋਟ ਦਿੱਤੀ ਜਾ ਸਕਦੀ ਹੈ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਫਿਰ ਉਹ ਤਾਂ ਜੇ ਵਿਲ, ਇਹ ਸਾਰਾ ਕੁਝ ਡਿਪੈਂਡ ਕਰਦਾ ਵੀ ਸਾਡੇ ਵਿੱਚ ਵਿਲ ਹੈ ਇਹ ਕੰਮ ਕਰਨ ਦਾ, ਸਾਡੀ ਇੱਛਾ ਸ਼ਕਤੀ ਹੈਗੀ, ਅਸੀਂ ਇਸ ਕਰਪਸ਼ਨ ਨੂੰ ਬੰਦ ਕਰਨਾ ਚਾਹੁੰਦੇ ਹਾਂ ਕਿ ਨਹੀਂ। ਜੇ ਸਰਕਾਰ, ਜੇ ਉਹਦੇ ਵਿੱਚੋਂ ਸਰਕਾਰ ਨੂੰ ਕੁਝ ਹਿੱਸਾ ਮਿਲਦਾ, ਮਤਲਬ ਜੋ ਵੀ ਸਰਕਾਰੀ ਆਦਮੀ ਇਸ ਕਿਸਮ ਦੀ ਰਿਲੈਕਸੇਸ਼ਨ ਦਿੰਦਾ ਹੈ, ਤੇ ਫਿਰ ਉਹ ਕਰੇਗਾ। ਹੁਣ ਇਸ ਦੇ ਬਾਰੇ ਸਾਡੇ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਬਣਾਇਆ ਜਾ ਸਕਦਾ ਕਿ ਟਰਾਂਸਪੇਰੈਂਟ ਹੋਵੇ ਤੇ ਸਾਰਾ ਕੁਝ ਠੀਕ, ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਫਰਮਾਇਆ ਵੀ ਇਸ ਤਰ੍ਹਾਂ ਹੋ ਜਾਏ। ਇਸ ਦੇ ਲਈ ਸਿਰਫ ਇਹੀ ਹੈ ਕਿ ਜਾਂ ਤਾਂ ਪੀਰੀਅਡ ਡੈਫੀਨਿਟ ਕਰ ਦਿਓ, ਉਸ ਤੋਂ ਪਹਿਲਾਂ ਰਿਲੈਕਸੇਸ਼ਨ ਨਾ ਹੋਵੇ, ਤੇ ਜਾਂ ਫਿਰ ਇਸ ਨੂੰ ਬੰਦ ਹੀ ਕਰ ਦਿਓ ਸਿਸਟਮ ਨੂੰ। ਇਹਦੇ ਵਿੱਚ ਆਪਾਂ ਜਾਣਦੇ ਹਾਂ ਕਿ ਕੋਈ ਵੀ ਐਸੀ ਐਕਸਪਰਟਿਜ਼ ਨਹੀਂ ਹੁੰਦੀ ਜਿਹੜੀ ਕਿ ਕਿਸੇ ਬਿਊਰੋਕਰੈਟ ਤੇ ਜਰਨਲਿਸਟ ਹੁੰਦਾ, ਉਸਨੇ ਤਾਂ ਹਰ ਮਹਿਕਮੇ ਦੇ ਵਿੱਚ ਕੰਮ ਕੀਤਾ ਹੁੰਦਾ, ਹਰ ਇੱਕ ਕੰਮ ਕੀਤਾ ਹੁੰਦਾ। ਉਹ ਇੱਕ ਖਾਸ ਮਹਿਕਮੇ ਦਾ ਜਾ ਕੇ ਔਰ ਉਸ ਦੇ ਬਾਰੇ ਸਲਾਹ ਦੇਣ ਲੱਗ ਪਵੇ ਤਾਂ ਇਹਦੇ ਵਿੱਚ ਤਾਂ ਦਾਲ ਦੇ ਵਿੱਚ ਕੁਝ ਕਾਲਾ ਹੈ। ਇਹ ਹੁਣ ਜਿਸ ਤਰ੍ਹਾਂ ਆਪਣਾ ਸਿਸਟਮ ਹੈ, ਇਹ ਸਾਰੀ ਦਾਲ ਹੀ ਕਾਲੀ ਹੈ। ਇਹਦੇ ਚ ਮੈਂ ਇੱਕ ਐਡ ਕਰਨਾ ਚਾਹੁੰਦਾ, ਜਿਹੜਾ ਇਹਨਾਂ ਨੇ ਕਿਹਾ ਨਾ ਜੀ ਬਿਊਰੋਕਰੈਟ ਤਾਂ ਜਰਨਲਿਸਟ ਹੁੰਦਾ ਹੈ, ਬਿਲਕੁਲ ਠੀਕ ਹੈ। ਸੋ ਦੇਅਰਫੋਰ ਨੋ ਬਿਊਰੋਕਰੈਟ should be promoted above joint secretary level, ਉੱਥੇ ਰੁਕ ਜਾਣ ਸਾਰੇ। ਉਸ ਤੋਂ ਬਾਅਦ there should be selection। ਤੁਹਾਡੀ ਸੈਕਟਰੀ ਪੈਟਰੋਲੀਅਮ ਦੀ ਕੋਈ ਵੈਕੈਂਸੀ ਆਈ ਹੈ, ਤੁਸੀਂ ਇੰਟਰਨੈਸ਼ਨਲ ਵੈਕੈਂਸੀ ਕਰੋ ਤੇ ਲੈਟ ਪ੍ਰਾਈਵੇਟ ਸੈਕਟਰ ਬੰਦੇ ਆਣ ਜਿਨ੍ਹਾਂ ਨੂੰ ਪੈਟਰੋਲੀਅਮ ਬਾਰੇ ਪਤਾ ਹੈਗਾ, let them apply। okay, IAS officer can also apply, police officer ਜੇ ਉਹਨੂੰ ਜ਼ਿਆਦਾ ਪਤਾ ਹੈਗਾ, he can apply, take a chance। so after joint secretary there should be selection and there should be no promotion। ਇਹਦੇ ਨਾਲ ਵੀ ਤੁਹਾਨੂੰ ਲੱਗਦਾ so therefore our joint secretary ਤੋਂ ਬਾਅਦ ਅਗਲਾ if he is capable, he's got ability, ਫਿਰ ਉਹ ਗਵਰਨਮੈਂਟ ਚ ਰਹੇਗਾ, ਅਦਰਵਾਈਜ਼ ਜਾਵੇ ਆਪਣਾ ਪ੍ਰਾਈਵੇਟ ਸੈਕਟਰ ਜਾਵੇ, ਜਿੱਥੇ ਮਰਜ਼ੀ ਜਾਣਾ ਜਾਵੇ। ਹਾਂਜੀ, ਤੁਸੀਂ ਸਾਰੇ ਅੱਜ ਦੀ ਇਸ ਬਹਿਸ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਕਿ ਜਿਵੇਂ ਪਾਰਦਰਸ਼ੀ ਦੀ ਜਿਹੜੀ ਇੱਕ ਗੱਲ ਹੋਈ ਹੈ, ਤੇ ਦੂਜੀ ਗੱਲ ਹੈ ਕਿ ਵੀ ਕਿਹੜੇ ਤੁਸੀਂ ਕਰਨਾ ਚਾਹੁੰਦੇ ਹੋ, ਉਹ ਬਹੁਤ ਅਹਿਮ ਮੁੱਦਾ ਨੇ ਕਿ ਵੀ ਤੁਸੀਂ ਪਹੁੰਚਣਾ ਕਿੱਥੇ ਚਾਹੁੰਦੇ ਹੋ। ਕਿਸੇ ਵੀ ਇਨਸਾਫ ਪਸੰਦ ਅਦਾਰੇ ਦਾ ਸਭ ਤੋਂ ਅਹਿਮ ਗੁਣ ਨਿਰਪੱਖਤਾ ਹੁੰਦੀ ਹੈ। ਜੇ ਪੁਲਿਸ, ਅਫਸਰਸ਼ਾਹੀ ਤੇ ਨਿਆਂ ਪ੍ਰਣਾਲੀ ਨਿਰਪੱਖ ਨਹੀਂ ਹੋਣਗੇ ਤਾਂ ਇਹਨਾਂ ਤੋਂ ਇਨਸਾਫ ਦੀ ਉਮੀਦ ਕਿਵੇਂ ਕੀਤੀ ਜਾ ਸਕੇਗੀ। ਹੋਰ ਵੀ ਬਹੁਤ ਸਾਰੇ ਤੱਤ ਹੋ ਸਕਦੇ ਨੇ, ਪਰ ਸੇਵਾ ਮੁਕਤੀ ਤੋਂ ਬਾਅਦ ਅਹੁਦਿਆਂ ਲਈ ਜੁਗਾੜਬੰਦੀ ਬਿਨਾਂ ਸ਼ੱਕ ਰਾਜਤੰਤਰ ਦੀ ਨਿਰਪੱਖਤਾ ਉੱਤੇ ਗੰਭੀਰ ਸੰਭਾਲ ਕਰਦੀ ਹੈ। ਇੱਕੋ ਜਵਾਬ ਹੈ ਕਿ ਕੂਲਿੰਗ ਆਫ ਪੀਰੀਅਡ ਹੋਣਾ ਚਾਹੀਦਾ ਹੈ ਤੇ ਇਸ ਨੂੰ ਸਖਤੀ ਨਾਲ ਯਕੀਨੀ ਵੀ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰਾਈਮ ਡਿਬੇਟ ਖਤਮ ਕਰਦੇ ਹਾਂ।